बीते दिनों के विच नगर कीर्तन निकलता है इत्थों सैक्टर 40 तो ही जाता है। संगत तमाम नाल खड़ी होंदी है तो नाल ही जाती है। 21 सैक्टर पहुँचते हो उत्थे रोकिया जाता। कारण की है इसका? रस्ते ਦੇ ਵਿੱਚ ਸਾਨੂੰ ਕਿਸੇ ਵੀ ਜਗ੍ਹਾ ਤੇ ਕੋਈ ਐਸੀ ਹਰਡਲ ਨਹੀਂ ਆਈ। ਅਸੀਂ ਬੜੇ ਸ਼ਾਂਤਮਈ ਢੰਗ ਦੇ ਨਾਲ ਇੱਥੋਂ ਜਾ ਰਹੇ ਸੀ। ਜਦੋਂ ਕਿ ਸਾਡੇ ਕੋਲ ਸਮਾਂ ਸੀ ਕਿ ਅਸੀਂ ਸੈਕਟਰ 23 ਦੇ ਵਿੱਚ ਪੜਾਅ ਪਾ ਸਕਦੇ ਸੀ, ਪਰ ਸਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਇੰਸਟਰਕਸ਼ਨ ਨਹੀਂ ਆਈ ਕਿ ਵੀ ਤੁਸੀਂ ਉੱਥੇ ਰੁਕੋ, ਕਿਉਂ ਕਿ ਇੱਥੇ ਹੁਣ ਮੀਤ ਆਪਣਾ ਵਾਈਸ ਪ੍ਰੈਜ਼ੀਡੈਂਟ ਜਿਹੜੇ ਇੰਡੀਆ ਦੇ ਨੇ ਉਹਨਾਂ ਨੇ ਇੱਥੋਂ ਨਿਕਲ ਕੇ ਜਾਣਾ ਹੈ। ਆਰਾਮ ਦੇ ਨਾਲ ਚੱਲਦੇ ਹੋਏ ਕੀਰਤਨ ਕਰਦੇ ਹੋਏ ਅਸੀਂ ਸੈਕਟਰ 21 ਦੀ ਸਕੂਟਰ ਮਾਰਕੀਟ ਦੇ ਸਾਹਮਣੇ ਦੁਆਬਾ ਸਵੀਟ ਦੇ ਸਾਹਮਣੇ ਜਾ ਕੇ ਰੁਕੇ। ਡੀਐਸਪੀ ਟ੍ਰੈਫਿਕ ਦੇ ਮਿਸਟਰ ਦਿਲਬਾਗ ਸਿੰਘ ਆਏ, ਬੜੀ ਸਪੀਡ ਦੇ ਨਾਲ ਆਉਂਦੇ ਨੇ ਔਰ ਆ ਕੇ ਗੱਲ ਕਰਦੇ ਨੇ, ਕਹਿਣ ਲੱਗੇ ਜੀ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ। ਇਹ ਗੇਮ ਇੱਕ ਸਵੀਟ ਕੈਂਡੀ ਦੀ ਤਰ੍ਹਾਂ ਚੱਲਦੀ ਰਹੀ। 10 ਮਿੰਟ 15 ਮਿੰਟ 10 ਮਿੰਟ 15 ਮਿੰਟ ਕਰਦਿਆਂ ਕਰਾਉਂਦਿਆਂ 1.5 ਔਰ ਪੌਣੇ 2 ਘੰਟੇ ਦੇ ਕਰੀਬ ਸੰਗਤਾਂ ਨੂੰ ਉੱਥੇ ਠਹਿਰਾਓ ਕਰਨਾ ਪਿਆ। ਪੰਜਾਂ ਪਿਆਰਿਆਂ ਨੂੰ ਬੈਠਣਾ ਪਿਆ। ਗੁਰੂ ਮਹਾਰਾਜ ਦੀ ਜਿਹੜੀ ਸਵਾਰੀ ਸੀ ਉੱਥੇ ਰਹੀ। ਅੱਜ ਤੱਕ ਹਿਸਟਰੀ ਦੇ ਵਿੱਚ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਗੁਰੂ ਮਹਾਰਾਜ ਦੇ ਸਰੂਪ ਨੂੰ ਰਸਤੇ ਦੇ ਵਿੱਚ ਕਿਸੇ ਕਾਰਨਵੰਸ਼ ਰੋਕ ਦਿੱਤਾ ਜਾਵੇ। ਤਾਂ ਬਕਾਇਦਾ ਪਰਮਿਸ਼ਨ ਸੀ ਕਿ ਤੁਸੀਂ ਡੀਸੀ ਦਫ਼ਤਰ ਦੇਖ ਕੇ ਆਏ, ਐਸਐਸਪੀ ਦਫ਼ਤਰ ਦੇਖ ਕੇ ਆਏ, ਫਿਰ ਉਹਨਾਂ ਨੇ ਕਿਉਂ ਰੋਕਿਆ? ਉਹਨਾਂ ਨੂੰ ਤੁਸੀਂ ਕਿਹਾ ਨਹੀਂ ਸਾਡੇ ਕੋਲ ਪਰਮਿਸ਼ਨ ਹੈ, ਤਾਂ ਉਹਨਾਂ ਨੇ ਫਿਰ ਜਾਣਬੁੱਝ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਐਸਡੀਐਮ ਐਸਐਸਪੀ ਤੇ ਹੋਰ ਅਫੀਸਰ ਸਾਹਿਬਾਨ ਜਿਹੜੇ ਨੇ ਉੱਥੇ ਆਉਂਦੇ ਨੇ, ਉਹਨਾਂ ਦੇ ਨਾਲ ਸਾਡੀ ਗੱਲ ਬੜੇ ਹੀ ਸ਼ਾਂਤਮਈ ਢੰਗ ਨਾਲ ਹੁੰਦੀ ਹੈ ਔਰ ਉਹਨਾਂ ਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਕਿ ਨਹੀਂ ਜੀ ਸਾਨੂੰ ਅਸੀਂ ਸੌਰੀ ਮਹਿਸੂਸ ਕਰਦੇ ਹਾਂ ਕਿ ਤੁਹਾਨੂੰ ਇੰਨੀ ਪ੍ਰੋਬਲਮ ਦਾ ਫੇਸ ਕਰਨਾ ਪੈ ਰਿਹਾ। ਮੈਂ ਕਿਹਾ ਜੀ ਤੁਸੀਂ ਤਾਂ ਸੌਰੀ ਗੱਲ ਕਰਕੇ ਕਹਿ ਦਿੱਤੀ, ਪਰ ਇਹ ਸੰਗਤ ਜਿਹੜੀ ਹਰਾਸ ਹੋ ਰਹੀ ਹੈ ਇਹਨੂੰ ਜਵਾਬ ਦੇ ਅਸੀਂ ਹਾਂ। ਸਾਧ ਸੰਗਤ ਦੇ ਵਾਸਤੇ ਬੜੀ ਮੁਸ਼ਕਿਲਾਂ ਨਾਲ ਕੋਈ ਪੇੜ ਦੇ ਥੱਲੇ ਆਪਣੇ ਆਪ ਬੱਚਿਆਂ ਨੂੰ ਸੰਭਾਲ ਰਿਹਾ ਸੀ, ਕੋਈ ਬਜ਼ੁਰਗ ਆਪਣੇ ਆਪ ਨੂੰ ਕਿਸ ਤਰ੍ਹਾਂ ਸੰਭਾਲ ਰਿਹਾ ਸੀ। ਉਹ ਜਿਹੜੀ ਟਾਈਮ ਸੀ ਬੜਾ ਔਖਾ ਟਾਈਮ ਸੀ, ਪਰ ਪਰਮਾਤਮਾ ਦੀ ਬਹੁਤ ਕਿਰਪਾ ਰਹੀ ਹੈ। ਲੱਗਦਾ ਹੈ ਜੋ ਉੱਥੇ ਸੰਗਤ ਨੂੰ ਰੋਕਿਆ ਗਿਆ, ਗੁਰੂ ਸਾਹਿਬ ਦੀ ਪਾਲਕੀ ਨੂੰ ਰੋਕਿਆ ਗਿਆ, 5 ਪਿਆਰੇ ਸੀਗੇ, ਇਹ ਬੇਅਦਬੀ ਤੋਂ ਘੱਟ ਨਹੀਂ, ਉਹਨਾਂ ਨੂੰ ਉੱਥੇ ਖੜਾ ਕੇ ਬੇਅਦਬੀ ਇੱਕ ਕੀਤੀ ਗਈ। ਬਿਲਕੁਲ ਮੈਂ ਇਸ ਦੇ ਉੱਤੇ ਬਿਲਕੁਲ ਮੋਹਰ ਲਾਵਾਂਗਾ। ਪਰਮਿਸ਼ਨ ਕਿਸ ਤਰੀਕੇ ਨਾਲ ਦੇ ਦਿੱਤੀ? ਜਿਵੇਂ ਅਗਰ ਉਪ ਰਾਸ਼ਟਰਪਤੀ ਆਏ, ਉਹਨਾਂ ਦੇ ਤੇ ਤਿਆਰੀਆਂ ਪਹਿਲਾਂ ਹੀ ਹੋ ਚੁੱਕੀਆਂ ਸੀਗੀਆਂ, ਉਹਨਾਂ ਦੇ ਤਾਂ 1 ਮਹੀਨਾ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਇਹ ਰੋਡ ਮੈਪ ਹੈ ਇੱਧਰ ਇੱਧਰ ਦੀ ਜਾਣਾ, ਫਿਰ ਤੁਹਾਨੂੰ ਪਰਮਿਸ਼ਨ ਕਿਵੇਂ ਦੇ ਦਿੱਤੀ? ਫਿਰ ਉਹਨਾਂ ਨੇ ਦੱਸਿਆ ਨਹੀਂ ਕਿ ਉਪ ਰਾਸ਼ਟਰਪਤੀ ਆ ਰਹੇ ਨੇ, ਤੁਸੀਂ ਇੱਧਰ ਦੀ ਨਾ ਆਇਓ। ਕਹਿਣ ਲੱਗੇ ਜੀ ਵਾਈਸ ਪ੍ਰੈਜ਼ੀਡੈਂਟ ਸਾਹਿਬ 1 ਘੰਟਾ ਐਡਵਾਂਸ ਆ ਗਏ। ਉਹ ਐਡਵਾਂਸ ਆਉਣ ਦੀ ਵਜ੍ਹਾ ਕਰਕੇ ਸਾਨੂੰ ਇਹ ਪ੍ਰੋਬਲਮ ਫੇਸ ਕਰਨੀਆਂ ਪੈ ਰਹੀਆਂ ਨੇ। ਮੈਂ ਕਿਹਾ ਜੀ ਅਗਰ ਉਹ ਐਡਵਾਂਸ ਆਏ ਤੁਸੀਂ ਸਾਨੂੰ ਵੀ ਇੰਟੀਮੇਟ ਕਰ ਦਿਓ, ਅਸੀਂ ਉਸ ਹਿਸਾਬ ਦੇ ਨਾਲ ਪੜਾਅ ਪਿੱਛੇ ਕਰ ਦਿੰਦੇ। ਉਹਨਾਂ ਨੇ ਹੁਣ ਸਾਨੂੰ ਰੋਕ ਕੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਰੋਕ ਕੇ ਬਹੁਤ ਵੱਡਾ ਉਹਨਾਂ ਨੇ ਸਵਾਲੇ ਨਿਸ਼ਾਨ ਖੜਾ ਕੀਤਾ ਹੈ। ਪੰਜਾਬੀ ਲੋਕ ਚੈਨਲ ਦੇ ਨਾਲ ਤੁਸੀਂ ਜੁੜੇ ਹੋ, ਮੈਂ ਤੁਹਾਡੇ ਨਾਲ ਜਗਸੀਰ ਸਿੰਘ। ਬੀਤੇ ਦਿਨਾਂ ਦੇ ਵਿੱਚ ਇੱਕ ਚੰਡੀਗੜ੍ਹ ਦੇ ਵਿੱਚ ਨਗਰ ਕੀਰਤਨ ਨਿਕਲਦਾ, ਜਿਹੜਾ ਨਗਰ ਕੀਰਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੁੰਦਾ ਹੈ। ਪਰ ਉਸ ਨਗਰ ਕੀਰਤਨ ਨੂੰ ਸੈਕਟਰ 40 ਦੇ ਵਿੱਚ ਉਹ ਚੱਲਦਾ ਤੇ 21 ਦੇ ਵਿੱਚ ਜਾ ਕੇ 1.5-2 ਘੰਟੇ ਰੋਕ ਦਿੱਤਾ ਜਾਂਦਾ ਕਿ ਇਹ ਕਿਹਾ ਜਾਂਦਾ ਕਿ ਉਪ ਰਾਸ਼ਟਰਪਤੀ ਆ ਰਹੇ ਨੇ, ਤੁਸੀਂ ਰੁਕ ਜਾਓ, 10 ਮਿੰਟ ਰੁਕ ਜਾਓ, 15 ਮਿੰਟ ਰੁਕ ਜਾਓ, 20 ਮਿੰਟ ਰੁਕ ਜਾਓ, ਅਜਿਹਾ ਸਮਾਂ ਦਿੱਤਾ ਜਾਂਦਾ। ਪਰ ਉੱਥੇ ਤਕਰੀਬਨ 2 ਘੰਟੇ ਲੰਘ ਜਾਂਦੇ ਨੇ ਤਾਂ ਸੰਗਤ ਗੁਰੂ ਮਹਾਰਾਜ ਦਾ ਸਰੂਪ 5 ਪਿਆਰੇ ਉਸ ਤਰੀਕੇ ਨਾਲ ਖੜੇ ਰਹਿੰਦੇ ਨੇ, ਧੁੱਪ ਜਿਹੜੀ ਹੈ ਪੈਂਦੀ ਰਹਿੰਦੀ ਹੈ। ਤਾਂ ਇਹ ਰੂਟ ਮੈਪ ਵੀ ਬਣਿਆ ਸੀਗਾ, ਡੀਸੀ ਦਫ਼ਤਰ ਦਿੱਤਾ ਵੀ ਗਿਆ, ਤਾਂ ਐਸਐਸਪੀ ਦਫ਼ਤਰ ਵੀ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਵੀ ਅਜਿਹਾ ਟ੍ਰੈਫਿਕ ਪੁਲਿਸ ਨੇ ਉਹਨਾਂ ਨੂੰ ਉੱਥੇ ਰੋਕਿਆ, ਤੰਗ ਪਰੇਸ਼ਾਨ ਕੀਤਾ ਗਿਆ। ਤਾਂ ਸੈਕਟਰ 40 ਦੇ ਪ੍ਰਧਾਨ ਕਿਰਪਾਲ ਸਿੰਘ ਗੁਰਦੁਆਰਾ ਸਾਹਿਬ ਦੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਮਾਮ ਸੰਗਤ ਮੌਜੂਦ ਆ ਤਾਂ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਕਸਰ ਦੇ ਵਿੱਚ ਇਹਨਾਂ ਨੇ ਰੂਟ ਮੈਪ ਦਿੱਤਾ ਕਿ ਰੂਟ ਮੈਪ ਨੂੰ ਉਹਨਾਂ ਨੇ ਪੜ੍ਹਿਆ ਨਹੀਂ, ਦੇਖਿਆ ਨਹੀਂ, ਜਾਂ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਉਪ ਰਾਸ਼ਟਰਪਤੀ ਆ ਰਹੇ ਨੇ ਤਾਂ ਇਹਨਾਂ ਦੇ ਜਿਹੜੇ ਰੂਟ ਮੈਪ ਬਦਲੇ ਜਾਣ। ਇਹ ਕੋਈ ਗੱਲਬਾਤ ਨਹੀਂ ਹੋਈ। ਅਸੀਂ ਗੱਲਬਾਤ ਕਰਨ ਲਈ ਸੈਕਟਰ 40 ਦੇ ਗੁਰਦੁਆਰੇ ਦੇ ਵਿੱਚ ਪਹੁੰਚੇ ਹੋਏ ਹਾਂ। ਗੱਲਬਾਤ ਕਰਾਂਗੇ ਕਿ ਨਗਰ ਕੀਰਤਨ ਕੱਢਿਆ ਗਿਆ ਸੀਗਾ ਤਾਂ ਫਿਰ ਉੱਥੇ 2 ਘੰਟੇ ਕਿਉਂ ਰੋਕਿਆ ਗਿਆ। ਪ੍ਰਧਾਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਤੇ ਦਿਨਾਂ ਦੇ ਵਿੱਚ ਨਗਰ ਕੀਰਤਨ ਨਿਕਲਦਾ ਹੈ, ਇੱਥੋਂ ਸੈਕਟਰ 40 ਤੋਂ ਹੀ ਜਾਂਦਾ। ਸੰਗਤ ਤਮਾਮ ਨਾਲ ਖੜੀ ਹੁੰਦੀ ਹੈ ਤਾਂ ਨਾਲ ਹੀ ਜਾਂਦੀ ਹੈ। 21 ਸੈਕਟਰ ਪਹੁੰਚਦੇ ਹੋ ਉੱਥੇ ਰੋਕਿਆ ਜਾਂਦਾ, ਕਾਰਨ ਕੀ ਹੈ ਇਸ ਦਾ? ਇਸ ਤਰ੍ਹਾਂ ਜੀ ਕਿ 20 ਮਈ 2023 ਨੂੰ ਨਗਰ ਕੀਰਤਨ ਗੁਰੂ ਘਰ ਤੋਂ ਆਰੰਭ ਕਰਨ ਦੀ ਪਰਮਿਸ਼ਨ ਦੇ ਵਾਸਤੇ ਅਸੀਂ ਡੀਸੀ ਸਾਹਿਬ, ਐਸਐਸਪੀ ਟ੍ਰੈਫਿਕ ਔਰ ਐਸਐਸਪੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਆਪਣੇ ਬਿਨਾਂ ਪੱਤਰ ਦਿੱਤੇ। ਉਹ ਬਿਨਾਂ ਪੱਤਰ ਸਾਡੇ ਗੁਰਦੁਆਰਾ ਸਾਹਿਬ ਦੇ ਮੀਤ ਵਾਈਸ ਪ੍ਰੈਜ਼ੀਡੈਂਟ ਮਿਸਟਰ ਕੁਲਮੀਤ ਸਿੰਘ ਸੋਢੀ ਆਪਣੇ ਹੱਥੀਂ ਆਪ ਦੇ ਕੇ ਆਏ ਔਰ ਜਿਸ ਵੇਲੇ ਉਹਨਾਂ ਨੇ ਪੱਤਰ ਦਿੱਤੇ ਗਏ ਉਸੇ ਸਬੰਧ ਦੇ ਵਿੱਚ 17 ਤਰੀਕ ਸ਼ਾਮ ਨੂੰ
ਮੇਰੇ ਕੋਲ ਫੋਨ ਆਉਂਦਾ ਸੋਢੀ ਸਾਹਿਬ ਦਾ, ਕਹਿਣ ਲੱਗੇ ਜੀ ਕਿ ਤੁਹਾਡੇ ਕੋਲ ਇੱਕ ਅੰਡਰਟੇਕਿੰਗ ਲੈਣੀ ਹੈ ਸੈਕਟਰ 29 ਪੁਲਿਸ ਲਾਈਨ ਵਾਲਿਆਂ ਵੱਲੋਂ। ਮੈਂ ਕਿਹਾ ਠੀਕ ਹੈ, ਕੋਈ ਨਹੀਂ। ਮੈਂ ਪੁਲਿਸ ਲਾਈਨ 18 ਤਰੀਕ ਸਵੇਰੇ 10 ਵਜੇ ਪਹੁੰਚਿਆ। ਉਹਨਾਂ ਨੂੰ ਮੈਂ ਅੰਡਰਟੇਕਿੰਗ ਲਿਖ ਕੇ ਦਿੱਤੀ ਔਰ ਨਾਲ ਮੈਂ ਰੂਟ ਪਲਾਨ ਜਿਹੜਾ ਦਿੱਤਾ ਸੀ ਉਹਦੀ ਕਾਪੀ ਹੋਣ ਦੇ ਬਾਵਜੂਦ ਮੈਂ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਆਪਣਾ ਰੂਟ ਪਲਾਨ ਜਿਹੜਾ ਸੀ ਉਹ ਦੱਸਿਆ ਕਿ ਅਸੀਂ ਇੱਥੋਂ ਸੈਕਟਰ 40 ਤੋਂ ਆਰੰਭ ਕਰਕੇ ਸੈਕਟਰ 41, ਸੈਕਟਰ 37 ਦੀ ਮਾਰਕੀਟ, ਗੁਰਦੁਆਰਾ ਸਾਹਿਬ, ਸੈਕਟਰ 23 ਦੇ ਮੰਦਿਰ ਔਰ ਗੁਰਦੁਆਰਾ ਮਾਰਕੀਟ ਤੋਂ ਹੁੰਦੇ ਹੋਏ ਗੁਰਦੁਆਰਾ ਸਾਹਿਬ ਦੇ ਵਿੱਚੋਂ ਲੰਘਦੇ ਹੋਏ ਅਸੀਂ ਸੈਕਟਰ 22 ਦੀ ਮਾਰਕੀਟ, ਸੈਕਟਰ 21 ਦੀ ਮਾਰਕੀਟ ਔਰ ਸੈਕਟਰ 20 ਔਰ 21 ਦੀ ਡਿਵਾਈਡਿੰਗ ਰੋਡ ਤੋਂ ਅਸੀਂ ਸੈਕਟਰ 19 ਜਾਣਾ ਸੀ। ਰਸਤੇ ਦੇ ਵਿੱਚ ਸਾਨੂੰ ਕਿਸੇ ਵੀ ਜਗ੍ਹਾ ਤੇ ਕੋਈ ਐਸੀ ਹਰਡਲ ਨਹੀਂ ਆਈ। ਅਸੀਂ ਬੜੇ ਸ਼ਾਂਤਮਈ ਢੰਗ ਦੇ ਨਾਲ ਇੱਥੋਂ ਜਾ ਰਹੇ ਸੀ, ਜਦੋਂ ਕਿ ਸਾਡੇ ਕੋਲ ਸਮਾਂ ਸੀ ਕਿ ਅਸੀਂ ਸੈਕਟਰ 23 ਦੇ ਵਿੱਚ ਪੜਾਅ ਪਾ ਸਕਦੇ ਸੀ। ਪਰ ਸਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਇੰਸਟਰਕਸ਼ਨ ਨਹੀਂ ਆਈ ਕਿ ਵੀ ਤੁਸੀਂ ਉੱਥੇ ਰੁਕੋ, ਕਿਉਂ ਕਿ ਇੱਥੇ ਹੁਣ ਮੀਤ ਆਪਣਾ ਵਾਈਸ ਪ੍ਰੈਜ਼ੀਡੈਂਟ ਜਿਹੜੇ ਇੰਡੀਆ ਦੇ ਨੇ ਉਹਨਾਂ ਨੇ ਇੱਥੋਂ ਨਿਕਲ ਕੇ ਜਾਣਾ ਹੈ। ਅਸੀਂ ਆਪਣੀ ਉਸ ਰਫ਼ਤਾਰ ਦੇ ਨਾਲ ਚੱਲਦੇ ਗਏ। ਜਿਸ ਵੇਲੇ ਅਸੀਂ ਸੈਕਟਰ 22 ਤੋਂ 21 ਦੇ ਵਿੱਚ ਪਹੁੰਚੇ ਹਾਂ ਤਾਂ ਸਾਨੂੰ ਇਹ ਇੰਸਟਰਕਸ਼ਨ ਆਈ ਕਿ ਤੁਸੀਂ ਰੂਟ ਜਿਹੜਾ ਹੈ ਉਹ ਸੇਮ ਰੱਖੋ, ਪਰ ਲੇਕਿਨ ਸਪੀਡ ਥੋੜ੍ਹੀ ਜਿਹੀ ਸਲੋ ਕਰ ਦਿਓ। ਅਸੀਂ ਉਸੇ ਹਿਸਾਬ ਦੇ ਨਾਲ ਜਿਹੜੇ ਨਗਰ ਕੀਰਤਨ ਚੱਲ ਰਿਹਾ ਸੀ, ਸੰਗਤਾਂ ਜਾ ਰਹੀਆਂ ਸੀ, ਅਸੀਂ ਬੜੇ ਹੀ ਆਰਾਮ ਦੇ ਨਾਲ ਚੱਲਦੇ ਹੋਏ ਕੀਰਤਨ ਕਰਦੇ ਹੋਏ ਅਸੀਂ ਸੈਕਟਰ 21 ਦੀ ਸਕੂਟਰ ਮਾਰਕੀਟ ਦੇ ਸਾਹਮਣੇ ਦੁਆਬਾ ਸਵੀਟ ਦੇ ਸਾਹਮਣੇ ਜਾ ਕੇ ਰੁਕੇ। ਜਿਸ ਵੇਲੇ ਅਸੀਂ ਉੱਥੇ ਗਏ ਹਾਂ ਉਸ ਵੇਲੇ ਤਕਰੀਬਨ ਟਾਈਮ ਜਿਹੜਾ ਸੀ ਉਹ 5:30 ਦੇ ਕਰੀਬ ਸੀ। DSP ਟ੍ਰੈਫਿਕ ਮਿਸਟਰ ਦਿਲਬਾਗ ਸਿੰਘ ਆਏ, ਬੜੀ ਸਪੀਡ ਦੇ ਨਾਲ ਆਉਂਦੇ ਨੇ ਔਰ ਆ ਕੇ ਗੱਲ ਕਰਦੇ ਨੇ, ਕਹਿਣ ਲੱਗੇ ਜੀ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ। ਅਸੀਂ ਆਖਿਆ ਕਾਰਨ ਤਾਂ ਦੱਸੋ ਕਿਉਂ ਨਹੀਂ ਜਾ ਸਕਦੇ। ਕਹਿਣ ਲੱਗੇ ਜੀ ਵਾਈਸ ਪ੍ਰੈਜ਼ੀਡੈਂਟ ਸਾਹਿਬ ਆ ਰਹੇ ਨੇ, ਉਹਨਾਂ ਦਾ ਸਮਾਂ ਲੱਗਣਾ, ਇਸ ਕਰਕੇ ਤੁਸੀਂ ਅਜੇ ਉੱਥੇ ਨਹੀਂ ਜਾ ਸਕਦੇ। ਮੈਂ ਕਿਹਾ ਸਮਾਂ ਦੱਸ ਦਿਓ ਕਿੰਨਾ ਲੱਗਣਾ, 10 ਮਿੰਟ ਲੱਗਣਾ, 15 ਮਿੰਟ ਲੱਗਣਾ, 20 ਮਿੰਟ ਲੱਗਣਾ। ਨਹੀਂ ਜੀ ਬਸ 15 ਮਿੰਟ ਦੀ ਗੱਲ ਹੈ, ਤੁਸੀਂ ਚਲੇ ਜਾਓ। ਨਹੀਂ ਤਾਂ ਤੁਹਾਨੂੰ ਅਸੀਂ ਇਸ ਤਰ੍ਹਾਂ ਕਰਦੇ ਹਾਂ ਜੀ, ਇਸ ਰੂਟ ਜਿਹੜਾ ਹੈ 20 ਦੇ ਵਿੱਚੋਂ ਦੇ ਦਿੰਦੇ ਹਾਂ। ਮੈਂ ਕਿਹਾ ਜੀ ਸਾਡਾ ਰੂਟ ਪਲਾਨ ਹੀ ਨਹੀਂ ਹੈ, ਸਾਡਾ ਰੂਟ ਪਲਾਨ ਅਸੀਂ ਆਲਰੇਡੀ ਤੁਹਾਨੂੰ ਇੰਟੀਮੇਟ ਕੀਤਾ ਹੈ, ਅਸੀਂ ਉਸ ਪਲਾਨ ਦੇ ਮੁਤਾਬਕ ਜਿਹੜਾ ਅਸੀਂ ਚੱਲ ਰਹੇ ਹਾਂ। ਇਹ ਗੇਮ ਇੱਕ ਸਵੀਟ ਕੈਂਡੀ ਦੀ ਤਰ੍ਹਾਂ ਚੱਲਦੀ ਰਹੀ। 10 ਮਿੰਟ 15 ਮਿੰਟ 10 ਮਿੰਟ 15 ਮਿੰਟ ਕਰਦਿਆਂ ਕਰਾਉਂਦਿਆਂ 1.5 ਔਰ ਪੌਣੇ 2 ਘੰਟੇ ਦੇ ਕਰੀਬ ਸੰਗਤਾਂ ਨੂੰ ਉੱਥੇ ਠਹਿਰਾਓ ਕਰਨਾ ਪਿਆ, ਪੰਜਾਂ ਪਿਆਰਿਆਂ ਨੂੰ ਬੈਠਣਾ ਪਿਆ। ਗੁਰੂ ਮਹਾਰਾਜ ਦੀ ਜਿਹੜੀ ਸਵਾਰੀ ਸੀ ਉੱਥੇ ਰਹੀ। ਅੱਜ ਤੱਕ ਹਿਸਟਰੀ ਦੇ ਵਿੱਚ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਗੁਰੂ ਮਹਾਰਾਜ ਦੇ ਸਰੂਪ ਨੂੰ ਰਸਤੇ ਦੇ ਵਿੱਚ ਕਿਸੇ ਕਾਰਨਵੰਸ਼ ਰੋਕ ਦਿੱਤਾ ਜਾਵੇ। ਇਸ ਦੇ ਵਿੱਚ ਤੁਸੀਂ ਵੀ ਉਹਨਾਂ ਨਾਲ ਕੋਆਪਰੇਟ ਕਰਕੇ ਚੱਲ ਰਹੇ ਸੀ, ਪਰ DSP ਦਿਲਬਾਗ ਸਿੰਘ ਪਹੁੰਚਦੇ ਨੇ ਟ੍ਰੈਫਿਕ ਤਾਂ ਉਹ ਤੁਹਾਨੂੰ ਕਹਿੰਦੇ ਨੇ ਕਿ ਰੁਕ ਜਾਓ 10-15 ਮਿੰਟ। ਫਿਰ ਉਹੀ ਕਿਉਂ ਕਹਿੰਦੇ ਨੇ? ਤੁਹਾਡੇ ਕੋਲ ਤਾਂ ਬਕਾਇਦਾ ਪਰਮਿਸ਼ਨ ਸੀ ਕਿ ਤੁਸੀਂ DC ਦਫ਼ਤਰ ਦੇਖ ਕੇ ਆਏ, SSP ਦਫ਼ਤਰ ਦੇਖ ਕੇ ਆਏ, ਫਿਰ ਉਹਨਾਂ ਨੇ ਕਿਉਂ ਰੋਕਿਆ? ਉਹਨਾਂ ਨੂੰ ਤੁਸੀਂ ਕਿਹਾ ਨਹੀਂ ਸਾਡੇ ਕੋਲ ਪਰਮਿਸ਼ਨ ਹੈ, ਤਾਂ ਉਹਨਾਂ ਨੇ ਫਿਰ ਜਾਣਬੁੱਝ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਕੋਈ ਤੁਹਾਡੇ ਨਾਲ ਖੁੰਦਕ ਸੀਗੀ ਉਹਨਾਂ ਦੀ? ਦੇਖੋ ਜੀ, ਮੈਂ ਇੱਥੇ ਖੁੰਦਕ ਵਾਲੀ ਕੋਈ ਗੱਲ ਨਹੀਂ ਕਰਾਂਗਾ, ਕਿਉਂਕਿ ਜੇ ਖੁੰਦਕ ਵਾਲੀ ਗੱਲ ਹੁੰਦੀ ਤਾਂ ਮੈਂ ਹੋ ਸਕਦਾ ਸੀਗਾ ਸਾਨੂੰ ਪਰਮਿਸ਼ਨ ਨਾ ਦਿੰਦੇ। ਲੇਕਿਨ ਲਿਖਤੀ ਰੂਪ ਦੇ ਵਿੱਚ ਪਰਮਿਸ਼ਨ ਸਰਕਾਰਾਂ ਵੱਲੋਂ ਦਿੱਤੀ ਗਈ ਸਾਨੂੰ, ਔਰ ਅਸੀਂ ਬੜੇ ਕੋਆਪਰੇਟਿਵ ਢੰਗ ਦੇ ਨਾਲ, ਸ਼ਾਂਤਮਈ ਢੰਗ ਦੇ ਨਾਲ ਜਾ ਰਹੇ ਹਾਂ ਕਿ ਅਸੀਂ ਚਾਹੁੰਦੇ ਹੀ ਨਹੀਂ ਸੀ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਹੋਵੇ। ਉੱਥੇ ਆ ਕੇ ਜਦੋਂ ਦਿਲਬਾਗ ਸਿੰਘ ਨੇ ਗੱਲ ਕੀਤੀ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਦੱਸੋ ਤੁਸੀਂ ਕਿਸ ਕਾਨੂੰਨ ਦੀ ਗੱਲ ਕਰਦੇ ਹੋ, ਕਿਵੇਂ ਕਹਿ ਰਹੇ ਹੋ ਕਿ ਨਹੀਂ ਜਾ ਸਕਦੇ? ਜੇ ਨਹੀਂ ਜਾ ਸਕਦੇ ਕਿੰਨੀ ਦੇਰ ਵਾਸਤੇ ਨਹੀਂ ਜਾ ਸਕਦੇ? ਕਹਿੰਦੇ ਜੀ ਬਸ 15-20 ਮਿੰਟ ਦੀ ਗੱਲ ਹੈ। ਅਸੀਂ ਆਖਿਆ ਠੀਕ ਹੈ, ਕੋਈ ਗੱਲ ਨਹੀਂ। ਔਰ ਉਸ ਤੋਂ ਬਾਅਦ DSP ਸਰਦਾਰ ਦਿਲਬਾਗ ਸਿੰਘ ਉੱਥੋਂ ਸਕਿਪ ਹੋ ਜਾਂਦੇ ਨੇ, ਸਾਈਡ 'ਤੇ ਚਲੇ ਜਾਂਦੇ ਨੇ। ਉਸ ਤੋਂ ਬਾਅਦ SDM SSP ਅਤੇ ਹੋਰ ਅਫੀਸਰ ਸਾਹਿਬਾਨ ਜਿਹੜੇ ਨੇ ਉੱਥੇ ਆਉਂਦੇ ਨੇ। ਉਹਨਾਂ ਦੇ ਨਾਲ ਸਾਡੀ ਗੱਲ ਬੜੇ ਹੀ ਸ਼ਾਂਤਮਈ ਢੰਗ ਨਾਲ ਹੁੰਦੀ ਹੈ ਔਰ ਉਹਨਾਂ ਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਕਿ ਨਹੀਂ ਜੀ ਅਸੀਂ ਸੌਰੀ ਮਹਿਸੂਸ ਕਰਦੇ ਹਾਂ ਕਿ ਤੁਹਾਨੂੰ ਇੰਨੀ ਪ੍ਰੋਬਲਮ ਦਾ ਫੇਸ ਕਰਨਾ ਪੈ ਰਿਹਾ। ਮੈਂ ਕਿਹਾ ਜੀ ਤੁਸੀਂ ਤਾਂ ਸੌਰੀ ਗੱਲ ਕਰਕੇ ਕਹਿ ਦਿੱਤੀ, ਪਰ ਇਹ ਸੰਗਤ ਜਿਹੜੀ ਹਰਾਸ ਹੋ ਰਹੀ ਹੈ ਇਹਨੂੰ ਜਵਾਬ ਦੇ ਅਸੀਂ ਹਾਂ, ਅਸੀਂ ਕੀ ਜਵਾਬ ਦੇਵਾਂਗੇ? ਕੀ ਲੱਗਦਾ ਹੈ ਜੋ ਉੱਥੇ ਸੰਗਤ ਨੂੰ ਰੋਕਿਆ ਗਿਆ, ਗੁਰੂ ਸਾਹਿਬ ਦੀ ਪਾਲਕੀ ਨੂੰ ਰੋਕਿਆ ਗਿਆ, 5 ਪਿਆਰੇ ਸੀਗੇ, ਇਹ ਬੇਅਦਬੀ ਤੋਂ ਘੱਟ ਨਹੀਂ? ਉਹਨਾਂ ਨੂੰ ਉੱਥੇ ਖੜਾ ਕੇ ਬੇਅਦਬੀ ਇੱਕ ਕੀਤੀ ਗਈ। ਬਿਲਕੁਲ, ਮੈਂ ਇਸ ਦੇ ਉੱਤੇ ਬਿਲਕੁਲ ਮੋਹਰ ਲਾਵਾਂਗਾ ਕਿ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਔਰ ਸਿੱਖ ਸੰਗਤ ਦੀ ਬੇਅਦਬੀ ਸੀ, ਜਿਹਦੇ ਬਾਰੇ ਅਸੀਂ ਉਸ ਦਿਨ ਅਮਰ ਉਜਾਲਾ ਦੇ ਵਿੱਚ ਵੀ ਗੱਲ ਕੀਤੀ ਹੈ ਔਰ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਲਿਖਿਆ ਔਰ ਬਾਕੀ ਹੋਰ ਅਖਬਾਰਾਂ ਨੇ, ਜਾਂ ਦੀ ਟ੍ਰਿਬਿਊਨ ਸੀਗਾ, ਉਹਨਾਂ ਨੇ ਵੀ ਕਵਰ ਅਪ ਕੀਤਾ। ਪਰ ਮੈਂ ਅੱਜ ਫਿਰ ਇੱਥੋਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਵਿਦ ਦੀ ਰਿਕੁਐਸਟ ਫਰੋਮ ਦੀ ਪ੍ਰਬੰਧਕ ਕਮੇਟੀ ਇਹ ਗੱਲ ਕਹਾਂਗਾ ਕਿ ਇਨ ਫਿਊਚਰ ਅਗਰ ਕੋਈ ਐਸੀ ਪ੍ਰੋਬਲਮ ਆਉਂਦੀ ਹੈ, ਦੇਟ ਸ਼ੁੱਡ ਬੀ ਇੰਟੀਮੇਟਡ ਟੂ ਦੀ
ਪ੍ਰਬੰਧਕ ਕਮੇਟੀ ਕਿ ਭਾਈ ਤੁਹਾਡਾ ਰੂਟ ਥੋੜ੍ਹਾ ਜਿਹਾ ਚੇਂਜ ਕੀਤਾ ਜਾ ਰਿਹਾ, ਅਗਰ ਤੁਸੀਂ ਉੱਥੇ ਸਟੇ ਕਰ ਸਕਦੇ ਹੋ ਦੈਨ ਯੂ ਫਾਲੋ ਅਪ ਦੀ ਰੂਟ ਐਂਡ ਮੇਕ ਯੂਰ ਪ੍ਰੋਗਰਾਮ ਅਕਾਰਡਿੰਗਲੀ, ਅਦਰਵਾਈਜ਼ ਤੁਹਾਡਾ ਰੂਟ ਪਲਾਨ ਜਿਹੜਾ ਨਾ ਉਹ ਚੇਂਜ ਕਰਨਾ ਨਹੀਂ। ਭਾਈ ਸਾਹਿਬ ਜੀ, ਤੁਹਾਨੂੰ ਫਿਰ ਪਰਮਿਸ਼ਨ ਕਿਸ ਤਰੀਕੇ ਨਾਲ ਦੇ ਦਿੱਤੀ? ਜਿਵੇਂ ਅਗਰ ਉਪ ਰਾਸ਼ਟਰਪਤੀ ਆ ਰਹੇ, ਉਹਨਾਂ ਦੇ ਤੇ ਤਿਆਰੀਆਂ ਪਹਿਲਾਂ ਹੀ ਹੋ ਚੁੱਕੀਆਂ ਸੀਗੀਆਂ, ਉਹਨਾਂ ਦੇ ਤਾਂ 1 ਮਹੀਨਾ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ, ਇਹ ਰੋਡ ਮੈਪ ਹੈ, ਇੱਧਰ ਇੱਧਰ ਦੀ ਜਾਣਾ, ਫਿਰ ਤੁਹਾਨੂੰ ਪਰਮਿਸ਼ਨ ਕਿਵੇਂ ਦੇ ਦਿੱਤੀ? ਫਿਰ ਉਹਨਾਂ ਨੇ ਦੱਸਿਆ ਨਹੀਂ ਕਿ ਉਪ ਰਾਸ਼ਟਰਪਤੀ ਆ ਰਹੇ ਨੇ, ਤੁਸੀਂ ਇੱਧਰ ਦੀ ਨਾ ਆਇਓ? ਇਹਦੇ ਉੱਤੇ ਮੈਂ ਇਹ ਗੱਲ ਦੱਸ ਦੇਣਾ ਚਾਹੁੰਦਾ, ਜੋ ਤੁਸੀਂ ਗੱਲ ਕਹਿ ਰਹੇ ਹੋ ਕਿ 1 ਮਹੀਨਾ ਪਹਿਲਾਂ ਇਹਨਾਂ ਦੇ ਕੋਲ ਪਲਾਨ ਆ ਜਾਂਦਾ ਹੈ, ਇਹਨਾਂ ਨੂੰ ਟ੍ਰੈਫਿਕ ਕੰਟਰੋਲ, ਟ੍ਰੈਫਿਕ ਰੂਟ ਸਾਰੇ ਚੇਂਜ ਕਰਨੇ ਪੈਂਦੇ ਨੇ, ਬਣਾਉਣੇ ਪੈਂਦੇ ਨੇ। ਲੇਕਿਨ ਜੋ ਉਹਨਾਂ ਨੇ ਕਿਹਾ, ਕਹਿਣ ਲੱਗੇ ਜੀ ਵਾਈਸ ਪ੍ਰੈਜ਼ੀਡੈਂਟ ਸਾਹਿਬ 1 ਘੰਟਾ ਐਡਵਾਂਸ ਆ ਗਏ, ਉਹ ਐਡਵਾਂਸ ਆਉਣ ਦੀ ਵਜ੍ਹਾ ਕਰਕੇ ਸਾਨੂੰ ਇਹ ਪ੍ਰੋਬਲਮ ਫੇਸ ਕਰਨੀਆਂ ਪੈ ਰਹੀਆਂ ਨੇ। ਮੈਂ ਕਿਹਾ ਜੀ ਅਗਰ ਉਹ ਐਡਵਾਂਸ 'ਤੇ ਆਏ ਤੁਸੀਂ ਸਾਨੂੰ ਵੀ ਇੰਟੀਮੇਟ ਕਰ ਦਿਓ, ਅਸੀਂ ਉਸ ਹਿਸਾਬ ਦੇ ਨਾਲ ਪੜਾਅ ਪਿੱਛੇ ਕਰ ਦਿੰਦੇ। ਅਸੀਂ ਸੰਗਤ ਜਿਹੜੀ ਆਰਾਮ ਦੇ ਨਾਲ ਆ ਰਹੀ ਸੀ, ਪਿਆਰ ਸਨੇਹ ਦੇ ਨਾਲ ਆ ਰਹੀ ਸੀ, ਉਹ ਨੂੰ ਤਾਂ ਪ੍ਰੋਬਲਮ ਫੇਸ ਨਾ ਕਰਨੀਆਂ ਪੈਂਦੀਆਂ ਨਾ। ਲੇਕਿਨ ਨਹੀਂ, ਇਸ ਦੇ ਬਾਵਜੂਦ ਵੀ ਸਾਨੂੰ ਉੱਥੇ ਤਕਰੀਬਨ 1.5 ਪੌਣੇ 2 ਘੰਟੇ ਜਿਹੜੇ ਸੀ ਉਹ ਸਟੇ ਕਰਨੀ ਪਈ। 2 ਦਿਨ ਬੀਤ ਚੁੱਕੇ ਨੇ, ਇਸ ਦੇ ਉੱਤੇ ਕੋਈ ਡੀਸੀ ਸਾਹਿਬ ਜਾਂ ਐਸਐਸਪੀ ਸਾਹਿਬ ਨੇ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇੰਨਾ ਸਮਾਂ ਗੁਰੂ ਮਹਾਰਾਜ ਨੂੰ ਰੋਕਿਆ, 5 ਪਿਆਰੇ ਰੋਕੇ, ਸੰਗਤ ਰੋਕੀ, ਤਾਂ ਇਸ ਦੇ ਉੱਤੇ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਵੀ ਅੱਗੇ ਤੋਂ ਇਸ ਤਰੀਕੇ ਦਾ ਨਹੀਂ ਹੋਵੇਗਾ? ਮੈਂ ਇੱਥੇ ਇੱਕ ਗੱਲ ਕਹਿ ਦੇਣਾ ਚਾਹੁੰਦਾ ਕਿ ਦੇਖੋ, ਜਿੰਨੀਆਂ ਵੀ ਪ੍ਰੈਸ ਕਲਿੱਪਿੰਗ ਹੁੰਦੀਆਂ ਨੇ ਉਹ ਹਰ ਐਡਮਿਨਿਸਟ੍ਰੇਟਰ, ਚਾਹੇ ਉਹ ਡੀਸੀ ਸਾਹਿਬ ਨੇ, ਚਾਹੇ ਚੰਡੀਗੜ੍ਹ ਐਡਮਿਨਿਸਟ੍ਰੇਟਰ ਹੈ, ਚਾਹੇ ਗਵਰਨਰ ਸਾਹਿਬ ਨੇ, ਚਾਹੇ ਉਹ ਆਪਣਾ ਐਸਐਸਪੀ ਸਾਹਿਬ ਨੇ, ਜਾਂ ਐਸਐਸਪੀ ਟ੍ਰੈਫਿਕ ਹੈ, ਉਹਨਾਂ ਦੇ ਕੋਲ ਡੇਲੀ ਦੀ ਕਲਿੱਪਿੰਗ ਜਾਂਦੀ ਹੈ ਔਰ ਉੱਥੋਂ ਇਹ ਪਤਾ ਲੱਗਦਾ ਹੈ ਕਿ ਅੱਜ ਚੰਡੀਗੜ੍ਹ ਦੇ ਵਿੱਚ ਕੀ ਵਾਪਰ ਰਿਹਾ। ਪਰ ਲੇਕਿਨ ਉਹਨਾਂ ਨੇ ਕਿਤੇ ਵੀ ਇਹ ਗੱਲ ਨਹੀਂ ਕੋਸ਼ਿਸ਼ ਕੀਤੀ। ਉਹ ਕਹਿੰਦੇ ਨਹੀਂ, ਇਹ ਤਾਂ ਮਾੜੀ ਜੀ ਗੱਲ ਹੋ ਗਈ ਹੈ, ਜੋ ਮੈਂ ਸਮਝਦਾ ਕਿ ਕੋਈ ਵੱਡੀ ਗੱਲ ਨਹੀਂ ਹੋਈ ਕਿ ਅਗਰ ਅਸੀਂ ਉਹਨਾਂ ਨੂੰ ਉੱਥੇ ਰੋਕ ਲਿਆ ਗਿਆ, ਠੀਕ ਹੈ ਜੀ। ਔਰ ਉਹ ਰੋਕਣ ਦਾ ਕਾਰਨ ਕੀ ਸੀ, ਇਹ ਐਡਮਿਨਿਸਟ੍ਰੇਸ਼ਨ ਨੂੰ ਪਤਾ ਹੈ ਕਿਉਂ ਇਹਨਾਂ ਨੇ ਕੀਤਾ ਜੀ। ਸਾਫ਼ ਤੌਰ 'ਤੇ ਅਜਿਹਾ ਕਿਹਾ ਜਾ ਰਿਹਾ ਕਿ ਵੱਡੀ ਗੱਲ ਨਹੀਂ ਸੀ, ਉੱਥੇ ਉਹਨਾਂ ਨੇ ਰੋਕ ਲਿਆ, ਪਰ ਅਸਲ ਦੇ ਵਿੱਚ ਪ੍ਰੋਟੋਕਾਲ ਹੁੰਦਾ ਕਿ ਸਿਕਿਉਰਿਟੀ ਕਿਸ ਤਰੀਕੇ ਦੇ ਨਾਲ ਵਰਤਣੀ ਹੈ, ਉਸ ਨੂੰ ਵੀ ਲੈ ਕੇ ਚੱਲਿਆ ਜਾਂਦਾ। ਸੋਢੀ ਸਾਹਿਬ ਸਾਡੇ ਨਾਲ ਨੇ। ਸੋਢੀ ਸਾਹਿਬ, ਕਿਵੇਂ ਦੇਖਦੇ ਹੋ? ਇੱਕ ਸਿਕਿਉਰਿਟੀ ਦੇ ਮੱਦੇਨਜ਼ਰ ਵੀ ਹਰ ਇੱਕ ਚੀਜ਼ ਦੇਖਣੀ ਪੈਂਦੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੂੰ ਭਾਵੇਂ ਛੋਟੇ ਲੈਵਲ ਦਾ ਅਫਸਰ ਹੈ, ਭਾਵੇਂ ਵੱਡੇ ਲੈਵਲ ਅਫਸਰ ਹੈ, ਤਾਂ ਕੀ ਲੱਗਦਾ ਸਿਕਿਉਰਿਟੀ ਦੇ ਮੱਦੇਨਜ਼ਰ ਤੁਹਾਨੂੰ ਉੱਥੇ ਸਾਰਿਆਂ ਨੂੰ ਰੋਕਿਆ ਗਿਆ? ਮੇਰੀ ਥੋੜ੍ਹੇ ਦਿਨ ਪਹਿਲੇ ਜਦ ਮੈਂ ਡੀਸੀ ਆਫਿਸ ਜਦ ਇਸ ਲੈਟਰ ਨੂੰ ਦੇਖ ਕੇ ਆਇਆ, ਉਹਦੇ ਬਾਅਦ ਮੇਰੇ ਕੁਝ ਪ੍ਰੇਮ ਪਿਆਰੇ ਮਿੱਤਰ ਨੇ, ਡੀਐਸਪੀ ਗੁਰਮੁਖ, ਉਹਨਾਂ ਕੋਲ ਮੈਂ ਬੈਠਾ ਸੀਗਾ, ਅਤੇ ਗੁਰਮੁਖ ਸਿੰਘ ਜੋ ਸੈਂਟਰ ਡਿਵੀਜ਼ਨ 'ਚ 17 ਸੈਕਟਰ ਬੈਠਦੇ ਨੇ, ਉਹਨਾਂ ਨਾਲ ਮੇਰੀ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਪਲਾਨ ਹੈਗਾ ਸਾਡਾ ਕਿ ਵੀ ਵਾਈਸ ਪ੍ਰੈਜ਼ੀਡੈਂਟ ਸਾਹਿਬ ਆ ਰਹੇ ਨੇ ਚੰਡੀਗੜ੍ਹ, ਅਤੇ ਸਾਡੇ ਕੋਲ 3 ਰੂਟ ਪਲਾਂਟ ਅਸੀਂ ਲੈ ਕੇ ਚੱਲਦੇ ਹਾਂ ਜਿਸ 'ਚ ਸਾਨੂੰ ਅਸੀਂ ਕੰਮ ਕਰਨਾ ਹੁੰਦਾ। ਅਤੇ ਮੈਨੂੰ ਲੱਗਦਾ ਇਸ 'ਚ ਬਹੁਤ ਵੱਡਾ ਫੇਲੀਅਰ ਹੈ ਟ੍ਰੈਫਿਕ ਪੁਲਿਸ ਦਾ, ਕਿਉਂਕਿ ਟ੍ਰੈਫਿਕ ਪੁਲਿਸ ਦੇ ਡੀਐਸਪੀ ਈਸਟ ਜੋ ਸੈਂਟਰਲ ਦੇ ਜੋ ਹੈਗੇ ਈਸਟ ਦੇ ਹੈਗੇ ਦਿਲਬਾਗ ਸਿੰਘ, ਉਹਨੇ ਕਾਫੀ ਕੁਝ ਮੈਨੂਪੂਲੇਟ ਕਰਨ ਦੀ ਕੋਸ਼ਿਸ਼ ਕੀਤੀ ਆਪਣੀ ਜੌਬ ਨੂੰ ਮੱਦੇਨਜ਼ਰ ਰੱਖਦੇ। ਉਹਨਾਂ ਨੇ ਇਹ ਨਹੀਂ ਦੇਖਿਆ ਸੰਗਤ ਦੀ ਭਾਵਨਾਵਾਂ, ਜੋ ਸੰਗਤ ਦੀ ਪ੍ਰੇਮ ਪਿਆਰ ਜਸ ਗਾਇਨ ਕਰਦੇ ਸੀ ਪੂਰੇ ਸ਼ਹਿਰ 'ਚ ਪੀਸਫੁਲੀ ਅਸੀਂ ਨਗਰ ਕੀਰਤਨ ਕੱਢ ਰਹੇ ਸੀਗੇ। ਉਹਨਾਂ ਨੇ ਸਾਨੂੰ ਰੋਕ ਕੇ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਰੋਕ ਕੇ ਬਹੁਤ ਵੱਡਾ ਉਹਨਾਂ ਨੇ ਸਵਾਲੇ ਨਿਸ਼ਾਨ ਖੜਾ ਕੀਤਾ ਹੈ। ਇਸ ਬਾਰੇ ਮੈਂ ਚਾਹੁੰਦਾ ਕਿ ਚੰਡੀਗੜ੍ਹ ਐਸਐਸਪੀ ਇਸ ਬਾਰੇ ਆਪਣਾ ਜ਼ਰੂਰ ਸਪਸ਼ਟੀਕਰਨ ਜ਼ਰੂਰ ਦੇਣ ਸਿੱਖ ਸੰਗਤਾਂ ਨੂੰ। ਤੁਹਾਨੂੰ ਕੀ ਲੱਗਦਾ ਉਹਨਾਂ ਨੇ ਆਪਣੀ ਡਿਊਟੀ ਨਿਭਾਈ, ਤੁਹਾਨੂੰ ਰੋਕ ਦਿੱਤਾ 15 ਮਿੰਟਾਂ ਲਈ, 20 ਮਿੰਟਾਂ ਲਈ, ਤੁਸੀਂ ਫਿਰ 15-20 ਮਿੰਟ ਰੁਕੇ ਜਾਂ ਫਿਰ 2-3 ਘੰਟੇ ਵੇਟ ਕਰਨੀ ਪਈ? ਸਾਨੂੰ ਤਕਰੀਬਨ, ਜਿਸ ਤਰ੍ਹਾਂ ਕਿ ਸਾਡੇ ਪ੍ਰਧਾਨ ਜੀ ਨੇ ਵੀ ਦੱਸਿਆ, ਮੈਂ ਵੀ ਉੱਥੇ ਮੌਜੂਦ ਸੀ ਔਰ ਸਾਡੇ ਕਮੇਟੀ ਮੈਂਬਰ ਮੌਜੂਦ ਸੀ, ਚੰਡੀਗੜ੍ਹ ਗੁਰਦੁਆਰਾ ਕਮੇਟੀ ਦੇ ਜਨਰਲ ਸੈਕਟਰੀ ਵੀ ਸਾਡੇ ਨਾਲ ਮੌਜੂਦ ਸੀ ਔਰ ਗੁਰਦੁਆਰੇ ਸਾਹਿਬਾਨ ਦੇ ਪ੍ਰਬੰਧਕ ਸਾਡੇ ਨਾਲ ਮੌਜੂਦ ਸੀ। 2 ਘੰਟੇ, ਪੌਣੇ 2 ਘੰਟੇ ਅਸੀਂ ਬਾਹਰ ਧੁੱਪ ਦੇ ਅੰਦਰ ਰੁਕੇ ਰਹੇ। ਪਾਣੀ ਦੀ ਵਿਵਸਥਾ ਕੀਤੀ ਗਈ ਇਮੀਡੀਏਟਲੀ। ਸਾਧ ਸੰਗਤ ਦੇ ਵਾਸਤੇ ਬੜੀ ਮੁਸ਼ਕਿਲਾਂ ਨਾਲ ਕੋਈ ਪੇੜ ਦੇ ਥੱਲੇ ਆਪਣੇ ਆਪ ਬੱਚਿਆਂ ਨੂੰ ਸੰਭਾਲ ਰਿਹਾ ਸੀ, ਕੋਈ ਬਜ਼ੁਰਗ ਆਪਣੇ ਆਪ ਨੂੰ ਕਿਸ ਤਰ੍ਹਾਂ ਸੰਭਾਲ ਰਿਹਾ ਸੀ। ਉਹ ਜਿਹੜੀ ਟਾਈਮ ਸੀ, ਬੜਾ ਔਖਾ ਟਾਈਮ ਸੀ, ਪਰ ਪਰਮਾਤਮਾ ਦੀ ਬਹੁਤ ਕਿਰਪਾ ਰਹੀ ਹੈ ਕਿ ਬਹੁਤ ਸੌਖਾ ਤਰੀਕੇ ਨਾਲ ਸਾਡਾ ਕੱਢ ਦਿੱਤਾ। ਪਰ ਲੇਕਿਨ ਇਹ ਬਹੁਤ ਵੱਡਾ ਫੇਲੀਅਰ ਹੈ ਡੀਐਸਪੀ ਦਿਲਬਾਗ ਸਿੰਘ ਦਾ, ਜਿਹਨੇ ਮਿਸ ਮੈਨੂਪੂਲੇਟ ਕੀਤਾ। ਔਰ ਉੱਥੇ ਤਮਾਮ ਪੁਲਿਸ ਅਫਸਰ ਜਿਹੜੇ ਬਾਅਦ 'ਚ ਆਏ, ਉਹਨਾਂ ਨੇ ਵੀ ਇਸ ਗੱਲ ਨੂੰ ਐਕਸੈਪਟ ਕੀਤਾ ਕਿ ਕਿਤੇ ਨਾ ਕਿਤੇ ਕੁਝ ਮਿਸ ਮੈਨੂਪੂਲੇਸ਼ਨ ਹੋਈ ਹੈ, ਜਿਹਦੇ ਨਾਲ ਇਹ ਪਹਿਲੇ ਨਿਕਲ ਸਕਦਾ ਸੀ ਨਗਰ ਕੀਰਤਨ, ਕਿਉਂਕਿ ਟਾਈਮ ਬਹੁਤ ਸੀ ਔਰ ਉਹ ਜਿਹੜਾ ਡਿਸਟੈਂਸ ਸੀ ਉਹ ਸਾਰਾ 1/2 ਕਿਲੋਮੀਟਰ ਦਾ ਡਿਸਟੈਂਸ ਸੀ, ਜਿਹੜਾ ਅਸੀਂ ਵਿਦਿਨ 15 ਮਿੰਟ ਦੇ ਅੰਦਰ ਅਸੀਂ ਕਵਰ ਕਰ ਲੈਂਦੇ ਪੈਦਲ। ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਿ ਸਾਡੇ ਕੋਲ ਪਰਮਿਸ਼ਨ ਹੈ, ਅਸੀਂ ਜਾ ਸਕਦੇ ਹਾਂ, ਤਾਂ ਜੇ ਅਗਰ ਉਹਨਾਂ ਨੂੰ ਸਮਾਂ ਲੱਗ ਰਿਹਾ ਤਾਂ ਅਸੀਂ ਜਲਦੀ ਨਿਕਲ ਸਕਦੇ ਹਾਂ, ਉਹਨਾਂ ਨੂੰ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਨਹੀਂ ਕੀਤੀ, ਉਹਨਾਂ ਨੂੰ ਪਰਮਿਸ਼ਨ ਨਹੀਂ ਦਿਖਾਈ ਵੀ ਹੈ ਸਾਡੇ ਕੋਲ ਆ ਪਰਮਿਸ਼ਨ? ਅਸੀਂ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਦੇ ਸਾਰੇ ਪ੍ਰੋਟੋਕੋਲ ਫੋਲੋ ਕਰਦੇ ਹੋਏ ਨਗਰ ਕੀਰਤਨ ਕੱਢਿਆ। ਉਹਦੇ ਬਾਅਦ ਸਾਡੇ ਪ੍ਰਧਾਨ ਜੀ ਨੇ ਔਰ ਸਾਡੀ ਸਮੂਹ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਰਿਕੁਐਸਟ ਵੀ ਕੀਤੀ ਕਿ ਅਸੀਂ 15 ਮਿੰਟਾਂ ਦੇ ਅੰਦਰ ਇਹ ਰੂਟ ਪਲਾਨ ਕਲੀਅਰ ਕਰ ਦਾਂਗੇ, ਤੁਹਾਨੂੰ ਰੋਡ ਕਲੀਅਰ ਕਰ ਦਾਂਗੇ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਬਟ ਉਹਨਾਂ ਨੇ ਸਾਡੀ ਗੱਲ ਨੂੰ ਮੱਦੇਨਜ਼ਰ ਨਹੀਂ ਰੱਖਿਆ ਔਰ ਉਹ ਉਸ ਜਗ੍ਹਾ ਤੋਂ ਇੱਕਦਮ ਹਟ ਗਏ
ਔਰ ਉਹਦੀ ਜਗ੍ਹਾ ਤੇ ਉਹਨਾਂ ਨੇ ਬਹੁਤ ਸਾਰੇ ਪੁਲਿਸ ਆਫੀਸਰਸ ਡਿਪਿਊਟ ਕਰਤੇ ਜੋ ਵਿਚਾਰੇ ਸਾਡੇ ਨਾਲ ਚਲੋ ਕੋਆਪਰੇਟ ਤਾਂ ਕਰ ਰਹੇ ਸੀ, ਪਰ ਜੋ ਉਸ ਵੇਲੇ ਸੰਗਤਾਂ ਦਾ ਇਮੋਸ਼ਨ ਸੀਗੇ ਉਹ ਬਹੁਤ ਹਰਟ ਹੋਈਆਂ। ਇਸ ਬਾਰੇ ਮੈਂ ਦੁਬਾਰਾ ਤੋਂ ਕਹਾਂਗਾ ਕਿ ਵੀ ਚੰਡੀਗੜ੍ਹ ਐਸਐਸਪੀ ਨੂੰ, ਟ੍ਰੈਫਿਕ ਪੁਲਿਸ ਨੂੰ, ਡੀਜੀਪੀ ਸਾਹਿਬ ਨੂੰ ਇਸ ਬਾਰੇ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਔਰ ਕੈਮਰੇ ਅੱਗੇ ਖੁੱਲ੍ਹ ਕੇ ਮਾਫੀ ਮੰਗਣੀ ਚਾਹੀਦੀ ਸੰਗਤਾਂ ਅੱਗੇ। ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦਾ ਪਲਾਨ ਹੋਏਗਾ? ਜਿਵੇਂ ਨਗਰ ਕੀਰਤਨ ਕੱਢਿਆ ਗਿਆ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਨੂੰ ਸਮਰਪਿਤ, ਤਾਂ ਕਿਵੇਂ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਕੀਰਤਨ ਨਿਕਲਦੇ ਨੇ ਕਿ ਇਸੇ ਤਰੀਕੇ ਦੇ ਨਾਲ ਜਿਹੜਾ ਮਿਸਬਿਹੇਵ ਕੀਤਾ ਜਾਏਗਾ ਜਾਂ ਫਿਰ ਉਸ ਨੂੰ ਕੁਝ ਚੇਂਜ ਕਰਨ ਦੀ ਕੋਸ਼ਿਸ਼ ਕਰਨਗੇ? ਜੇ ਤੁਹਾਡੇ ਕੋਲ ਪਰਮਿਸ਼ਨ ਹੈ ਫਿਰ ਵੀ ਤੁਹਾਨੂੰ ਰੋਕਿਆ ਗਿਆ, ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਐਕਸ਼ਨ ਲੈਣ ਜਾ ਰਹੇ ਹੋ, ਕੀ ਪਲਾਨ ਕਰਨ ਜਾ ਰਹੇ ਹੋ ਕਿ ਇਹ ਅੱਗੇ ਤੋਂ ਨਾ ਹੋਵੇ? ਅਸੀਂ ਆਉਣ ਵਾਲੇ ਸਮੇਂ 'ਚ ਇਹੀ ਸੋਚਿਆ ਸੀ, ਸਾਡੇ ਪ੍ਰਧਾਨ ਜੀ ਕਿਰਪਾਲ ਸਿੰਘ ਜੀ ਨਾਲ ਮੇਰੀ ਗੱਲ ਹੋਈ ਸੀ ਉਹਦੇ ਬਾਅਦ ਤੁਰੰਤ, ਕਿ ਅਸੀਂ ਪੂਰੀ ਸਿੱਖ ਚੰਡੀਗੜ੍ਹ ਦੀ ਸਮੁੱਖ ਸਿੱਖ ਜਥੇਬੰਦੀਆਂ ਨਾਲ ਬੈਠ ਕੇ ਇਸ ਗੱਲ ਨੂੰ ਪਲਾਨ ਆਊਟ ਕਰਾਂਗੇ ਔਰ ਆਉਣ ਵਾਲੇ ਨਗਰ ਕੀਰਤਨ ਕੱਢਣ ਤੋਂ ਪਹਿਲੇ ਐਸਐਸਪੀ ਨੂੰ ਔਰ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਨਾਲ ਮਿਲ ਕੇ ਮੀਟਿੰਗ ਕਰਕੇ ਤਾਂ ਕਿ ਇਹੋ ਜਿਹੀ ਬੇਅਦਬੀਆਂ ਦਾ ਬਾਰੇ ਦੁਬਾਰਾ ਇਹ ਗੰਭੀਰਤਾ ਨੂੰ ਲਿੱਤਾ ਜਾ ਸਕੇ ਸਵਾਲਾਂ ਨੂੰ, ਤੇ ਇਹੋ ਜਿਹੀ ਗੱਲਾਂ ਦੁਬਾਰਾ ਨਾ ਹੋਣ। ਆਪਾਂ ਪੂਰਾ ਇਹਤਿਆਤ ਕਰਕੇ ਇਹ ਅੱਗੇ ਵਧਾਂਗੇ ਅੱਗੇ। ਜੀ ਬਹੁਤ ਸ਼ੁਕਰੀਆ। ਤਾਂ ਸੋਢੀ ਜੀ ਸਾਡੇ ਨਾਲ ਸੀ ਤੇ ਪ੍ਰਧਾਨ ਗੁਰਦੁਆਰਾ ਸਾਹਿਬ ਦੇ ਉਹ ਵੀ ਸਾਡੇ ਨਾਲ ਸੀ। ਸਾਫ਼ ਤੌਰ 'ਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਦੇ ਸਰੂਪ ਨੂੰ ਉੱਥੇ ਰੋਕਿਆ ਗਿਆ। ਪਾਲਕੀ ਸਾਹਿਬ ਦੇ ਵਿੱਚ ਮਹਾਰਾਜ ਦਾ ਸਰੂਪ ਸੀਗਾ, 5 ਪਿਆਰੇ ਸੀਗੇ, ਤਾਂ ਉਹਨਾਂ ਨੂੰ ਉੱਥੇ ਰੋਕ ਲਿੱਤਾ ਗਿਆ ਕਿ ਇਹ ਕਿਹਾ ਗਿਆ ਉਪ ਰਾਸ਼ਟਰਪਤੀ ਆ ਰਹੇ ਨੇ, ਤੁਸੀਂ ਕੁਝ ਸਮਾਂ 15-20 ਮਿੰਟ ਵੇਟ ਕਰੋ, ਤਾਂ ਉਸ ਤੋਂ ਬਾਅਦ ਤੁਸੀਂ ਲੰਘ ਜਾਇਓ। ਤਾਂ ਇਹਨਾਂ ਨੇ ਕੋਆਪਰੇਟਿਵ ਕੀਤਾ, 15-20 ਮਿੰਟ ਉਡੀਕ ਕੀਤੀ, ਫਿਰ ਪੁੱਛਿਆ, ਫਿਰ ਕਹਿੰਦੇ 10 ਮਿੰਟ, ਫਿਰ ਉਡੀਕ ਕੀਤੀ, ਪਰ ਇਸੇ ਤਰ੍ਹਾਂ 1.5-2 ਘੰਟੇ ਲਗਾ ਦਿੱਤੇ ਗਏ। ਪਰ ਇਸ ਦੇ ਵਿੱਚ ਸਵਾਲ ਵੱਡੇ ਨੇ ਕਿ ਇਸ ਤਰੀਕੇ ਦੇ ਨਾਲ ਕਿਉਂ ਕੀਤਾ ਗਿਆ, ਜਦੋਂ ਪਰਮਿਸ਼ਨ ਸੀਗੀ ਡੀਸੀ ਸਾਹਿਬਾਨ ਤੋਂ, ਐਸਐਸਪੀ ਸਾਹਿਬਾਨ ਤੋਂ ਪਰਮਿਸ਼ਨ ਲੈ ਕੇ ਇਹ ਸਾਰਾ ਕੁਝ ਚੱਲ ਰਿਹਾ ਸੀਗਾ, ਫਿਰ ਵੀ ਇਹਨਾਂ ਨੂੰ ਰੋਕਿਆ ਗਿਆ। ਸਵਾਲ ਵੱਡੇ ਨੇ ਕਿ ਇਸ ਤੋਂ ਬਾਅਦ, ਇਸ ਵੀਡੀਓ ਤੋਂ ਬਾਅਦ, ਇਸ ਇੰਟਰਵਿਊ ਤੋਂ ਬਾਅਦ ਕੋਈ ਬਿਆਨ ਆਉਂਦਾ ਹੈ ਜਾਂ ਨਹੀਂ। ਇਸ ਤੋਂ ਬਾਅਦ ਕੀ ਦਿਲਬਾਗ ਸਿੰਘ ਡੀਐਸਪੀ ਉਹ ਸਪਸ਼ਟੀਕਰਨ ਦਿੰਦੇ ਨੇ, ਐਸਐਸਪੀ ਚੰਡੀਗੜ੍ਹ ਉਹ ਸਪਸ਼ਟੀਕਰਨ ਦਿੰਦੇ ਨੇ, ਡੀਸੀ ਸਾਹਿਬਾਨ ਉਹ ਸਪਸ਼ਟੀਕਰਨ ਦਿੰਦੇ ਨੇ, ਇਹ ਵੀ ਦੇਖਣਾ ਗਿਆ ਕਿਉਂਕਿ ਪਹਿਲਾਂ ਵੀ ਖਬਰਾਂ ਲੱਗ ਚੁੱਕੀਆਂ ਨੇ। ਇਹਨਾਂ ਦਾ ਕਹਿਣਾ ਕਿ ਕੋਈ ਜਵਾਬ ਨਹੀਂ ਦਿੱਤਾ ਗਿਆ, ਕੁਝ ਨਹੀਂ ਕਿਹਾ ਗਿਆ, ਪਰ ਇਹਨਾਂ ਨੇ ਇਹ ਵੀ ਕਿਹਾ ਹੁਣ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ। ਵਿੱਚ ਆਜੂ ਸੰਜੇ ਕਰੋ, ਕੈਮਰੇ ਸਹਿਯੋਗ ਦੇ ਰਹੀ ਸੀ ਸ਼ਿਵਾ। ਧੰਨਵਾਦ।